ਹੈਲੋ ਸਟੂਡੈਂਟਸ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਹਾਈ ਫਾਈ ਐਗਜ਼ਾਮ ਸਟੱਡੀ 'ਤੇ। ਮੈਂ ਪੰਜਾਬੀ ਦਾ ਵੀਡੀਓ ਲੈ ਕੇ ਆਈ ਹਾਂ ਜਿਹਦੇ ਵਿੱਚ ਆਧੁਨਿਕ ਕਵੀ ਭਾਈ ਵੀਰ ਸਿੰਘ ਨਾਲ ਸੰਬੰਧਿਤ ਆਪਾਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਕਰਾਂਗੇ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵੀਡੀਓ। ਭਾਈ ਵੀਰ ਸਿੰਘ ਦਾ ਮਹਾਕਾਵਿ ਕਿਹੜਾ ਹੈ? ਆਪਸ਼ਨ ਪਹਿਲਾ ਰਾਣਾ ਸੂਰਤ ਸਿੰਘ। ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਜੀ ਦਾ ਪਹਿਲਾ ਮਹਾਕਾਵਿ ਹੈ। ਪ੍ਰਸ਼ਨ ਦੂਜਾ, ਭਾਈ ਵੀਰ ਸਿੰਘ ਜੀ ਨੇ ਰਾਣਾ ਸੂਰਤ ਸਿੰਘ ਮਹਾਕਾਵਿ ਕਦੋਂ ਲਿਖਿਆ? ਆਪਸ਼ਨ ਪਹਿਲਾ 1905 ਈਸਵੀ ਵਿੱਚ। ਭਾਈ ਵੀਰ ਸਿੰਘ ਜੀ ਨੇ ਰਾਣਾ ਸੂਰਤ ਸਿੰਘ ਮਹਾਕਾਵਿ 1905 ਵਿੱਚ ਲਿਖਿਆ। ਰਾਣਾ ਸੂਰਤ ਸਿੰਘ ਮਹਾਕਾਵਿ ਦੇ ਕਿੰਨੇ ਸਰਗ ਹਨ? ਆਪਸ਼ਨ ਪਹਿਲਾ 35। ਰਾਣਾ ਸੂਰਤ ਸਿੰਘ ਮਹਾਕਾਵਿ ਦੇ 35 ਸਰਗ ਹਨ। ਪ੍ਰਸ਼ਨ ਚੌਥਾ, ਪੰਜਾਬ ਵਿਧਾਨ ਪਾਲਿਕਾ ਦੇ ਮੈਂਬਰ ਭਾਈ ਵੀਰ ਸਿੰਘ ਜੀ ਕਦੋਂ ਬਣੇ? ਆਪਸ਼ਨ ਪਹਿਲਾ 1952 ਵਿੱਚ। 1952 ਵਿੱਚ ਭਾਈ ਵੀਰ ਸਿੰਘ ਜੀ ਪੰਜਾਬ ਵਿਧਾਨ ਪਾਲਿਕਾ ਦੇ ਮੈਂਬਰ ਬਣੇ। ਪ੍ਰਸ਼ਨ ਪੰਜਵਾਂ, ਭਾਈ ਵੀਰ ਸਿੰਘ ਨੇ ਕਾਵਿ ਸੰਗ੍ਰਹਿ ਦਿਲ ਤਰੰਗ ਦੀ ਰਚਨਾ ਕਦੋਂ ਕੀਤੀ? ਆਪਸ਼ਨ ਪਹਿਲਾ 1920 ਈਸਵੀ ਵਿੱਚ। ਭਾਈ ਵੀਰ ਸਿੰਘ ਜੀ ਨੇ ਕਾਵਿ ਸੰਗ੍ਰਹਿ ਦਿਲ ਤਰੰਗ ਦੀ ਰਚਨਾ 1920 ਵਿੱਚ ਕੀਤੀ। ਪ੍ਰਸ਼ਨ ਛੇਵਾਂ, ਭਾਈ ਵੀਰ ਸਿੰਘ ਜੀ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਵੀ ਕਿਸ ਨੇ ਕਿਹਾ ਸੀ? ਆਪਸ਼ਨ ਚੌਥਾ ਸਵਰਨ ਸਿੰਘ ਨੇ। ਭਾਈ ਵੀਰ ਸਿੰਘ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਵੀ ਕਿਸ ਨੇ ਕਿਹਾ ਸੀ? ਆਪਸ਼ਨ ਚੌਥਾ ਸਵਰਨ ਸਿੰਘ ਨੇ। ਪ੍ਰਸ਼ਨ ਸੱਤਵਾਂ, ਭਾਈ ਵੀਰ ਸਿੰਘ ਨੂੰ ਭਾਰਤ ਦਾ ਰਿਸ਼ੀ ਜੋਗੀ ਕਿਸ ਨੇ ਕਿਹਾ ਸੀ? ਆਪਸ਼ਨ ਚੌਥਾ ਮੋਹਨ ਸਿੰਘ ਦੀਵਾਨਾ। ਭਾਈ ਵੀਰ ਸਿੰਘ ਜੀ ਨੂੰ ਭਾਰਤ ਦਾ ਰਿਸ਼ੀ ਜੋਗੀ ਮੋਹਨ ਸਿੰਘ ਦੀਵਾਨਾ ਜੀ ਨੇ ਕਿਹਾ ਸੀ। ਪ੍ਰਸ਼ਨ ਅੱਠਵਾਂ, ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਗੁਰਦਾਸ ਕਿਸ ਨੇ ਕਿਹਾ ਸੀ? ਆਪਸ਼ਨ ਚੌਥਾ ਡਾਕਟਰ ਰਤਨ ਸਿੰਘ ਜੱਗੀ ਨੇ। ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਗੁਰਦਾਸ ਡਾਕਟਰ ਰਤਨ ਸਿੰਘ ਜੱਗੀ ਨੇ ਕਿਹਾ ਸੀ। ਪ੍ਰਸ਼ਨ ਨੌਵਾਂ, ਭਾਈ ਵੀਰ ਸਿੰਘ ਦੀ ਕਿਹੜੀ ਕਵਿਤਾ ਵਿੱਚ ਮਾਨਵੀਕਰਨ ਨਹੀਂ ਹੋਇਆ? ਆਪਸ਼ਨ ਤੀਸਰਾ ਇਮਲ ਤੇ ਅਮਲ। ਭਾਈ ਵੀਰ ਸਿੰਘ ਜੀ ਦੀ ਕਵਿਤਾ ਇਮਲ ਤੇ ਅਮਲ ਵਿੱਚ ਮਾਨਵੀਕਰਨ ਨਹੀਂ ਹੋਇਆ। ਭਾਈ ਵੀਰ ਸਿੰਘ ਜੀ ਸਾਹਿਤ ਸਦਨ ਦੀ ਸਥਾਪਨਾ ਕਦੋਂ ਹੋਈ? ਭਾਈ ਵੀਰ ਸਿੰਘ ਜੀ ਸਾਹਿਤ ਸਦਨ ਦੀ ਸਥਾਪਨਾ ਕਦੋਂ ਹੋਈ? ਆਪਸ਼ਨ ਪਹਿਲਾ 1972 ਈਸਵੀ ਵਿੱਚ। ਭਾਈ ਵੀਰ ਸਿੰਘ ਜੀ ਸਾਹਿਤ ਸਦਨ ਦੀ ਸਥਾਪਨਾ 1972 ਈਸਵੀ ਵਿੱਚ ਹੋਈ। ਪ੍ਰਸ਼ਨ 11ਵਾਂ, ਭਾਈ ਵੀਰ ਸਿੰਘ ਦੀਆਂ ਬਿਰਤਾਂਤਕ ਕਵਿਤਾਵਾਂ। ਆਪਸ਼ਨ ਚੌਥਾ ਉਪਰੋਕਤ ਸਾਰੇ। ਕੁਤਬ ਦੀ ਲਾਟ, ਮਰਦ ਦਾ ਕੁੱਤਾ, ਗੰਗਾ ਰਾਮ, ਇਹ ਸਾਰੀਆਂ ਹੀ ਬਿਰਤਾਂਤਕ ਕਵਿਤਾਵਾਂ ਹਨ। ਇਸ ਲਈ ਇਸ ਕੁਐਸਚਨ ਦਾ ਆਨਸਰ ਹੋਵੇਗਾ ਉਪਰੋਕਤ ਸਾਰੇ। ਆਪਸ਼ਨ ਚੌਥਾ। ਭਾਈ ਵੀਰ ਸਿੰਘ ਦੀਆਂ ਬਿਰਤਾਂਤਕ ਕਵਿਤਾਵਾਂ ਕੁਤਬ ਦੀ ਲਾਟ, ਮਰਦ ਦਾ ਕੁੱਤਾ, ਗੰਗਾ ਰਾਮ ਇਹ ਸਾਰੀਆਂ ਹੀ ਹਨ। ਇਸ ਲਈ ਇਸ ਦਾ ਉੱਤਰ ਹੋਵੇਗਾ ਆਪਸ਼ਨ ਚੌਥਾ ਉਪਰੋਕਤ ਸਾਰੇ। ਕਾਵਿ ਸੰਗ੍ਰਹਿ ਮਟਕ ਹੁਲਾਰੇ ਕਦੋਂ ਲਿਖਿਆ ਗਿਆ ਸੀ? ਆਪਸ਼ਨ ਤੀਜਾ 1922 ਈਸਵੀ ਵਿੱਚ। ਕਾਵਿ ਸੰਗ੍ਰਹਿ ਮਟਕ ਹੁਲਾਰੇ 1922 ਈਸਵੀ ਵਿੱਚ ਲਿਖਿਆ ਗਿਆ ਸੀ। ਪ੍ਰਸ਼ਨ 13ਵਾਂ, ਕਿਹੜਾ ਕਾਵਿ ਸੰਗ੍ਰਹਿ ਭਾਈ ਵੀਰ ਸਿੰਘ ਜੀ ਦਾ ਹੈ? ਆਪਸ਼ਨ ਚੌਥਾ ਉਪਰੋਕਤ ਸਾਰੇ। ਪ੍ਰੀਤ ਵੀਨਾ, ਕੰਬਦੀ ਕਲਾਈ, ਲਹਿਰਾਂ ਦੇ ਹਾਰ। ਲਹਿਰਾਂ ਦੇ ਹਾਰ ਆਵੇਗਾ ਇੱਥੇ। ਇਹ ਸਾਰੇ ਹੀ ਕਾਵਿ ਸੰਗ੍ਰਹਿ ਭਾਈ ਵੀਰ ਸਿੰਘ ਜੀ ਦੇ ਹਨ। ਸੋ ਇਸ ਦਾ ਉੱਤਰ ਹੋਵੇਗਾ ਆਪਸ਼ਨ ਚੌਥਾ ਉਪਰੋਕਤ ਸਾਰੇ। ਨਾਟਕ ਲੱਖ ਦਾਤਾਂ ਕਦੋਂ ਲਿਖਿਆ ਗਿਆ ਸੀ? ਆਪਸ਼ਨ ਚੌਥਾ 1910 ਈਸਵੀ ਵਿੱਚ। ਨਾਟਕ ਲੱਖ ਦਾਤਾਂ 1910 ਈਸਵੀ ਵਿੱਚ ਲਿਖਿਆ ਗਿਆ ਸੀ। ਪ੍ਰਸ਼ਨ 15ਵਾਂ, ਭਾਈ ਵੀਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਿਹੜਾ ਗੀਤ ਲਿਖਿਆ ਸੀ? ਆਪਸ਼ਨ ਪਹਿਲਾ ਆਜਾ ਕਲਗੀ ਵਾਲਿਆ। ਭਾਈ ਵੀਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਗੀਤ ਲਿਖਿਆ ਸੀ ਆਜਾ ਕਲਗੀ ਵਾਲਿਆ। ਪ੍ਰਸ਼ਨ 16ਵਾਂ, ਭਾਈ ਵੀਰ ਸਿੰਘ ਜੀ ਦੀ ਕਵਿਤਾ ਗੰਗਾ ਰਾਮ ਹੈ। ਆਪਸ਼ਨ ਦੂਜਾ ਲੰਬੀ ਕਵਿਤਾ ਬਿਰਤਾਂਤਕ। ਲੰਬੀ ਬਿਰਤਾਂਤਕ ਕਵਿਤਾ ਹੈ ਭਾਈ ਵੀਰ ਸਿੰਘ ਜੀ ਦੀ ਇਹ ਗੰਗਾ ਰਾਮ।
ਭਾਈ ਵੀਰ ਸਿੰਘ ਜੀ ਦੀ ਕਵਿਤਾ ਗੰਗਾ ਰਾਮ ਲੰਬੀ ਬਿਰਤਾਂਤਕ ਕਵਿਤਾ ਹੈ। ਪ੍ਰਸ਼ਨ 17ਵਾਂ ਕਿਹੜਾ ਕਵੀ ਭਾਈ ਵੀਰ ਸਿੰਘ ਜੀ ਦਾ ਆਲੋਚਕ ਸੀ? ਆਪਸ਼ਨ ਤੀਸਰਾ ਹੀਰਾ ਸਿੰਘ ਦਰਦ। ਭਾਈ ਵੀਰ ਸਿੰਘ ਜੀ ਦਾ ਆਲੋਚਕ ਸੀ ਹੀਰਾ ਸਿੰਘ ਦਰਦ। ਇਹਨਾਂ ਵਿੱਚੋਂ ਕਿਹੜੀ ਕਵਿਤਾ ਮਟਕ ਹੁਲਾਰੇ ਕਾਵਿ ਸੰਗ੍ਰਹਿ ਦੀ ਹੈ? ਪ੍ਰਸ਼ਨ 18ਵਾਂ ਇਹਨਾਂ ਵਿੱਚੋਂ ਕਿਹੜੀ ਕਵਿਤਾ ਮਟਕ ਹੁਲਾਰੇ ਕਾਵਿ ਸੰਗ੍ਰਹਿ ਦੀ ਹੈ? ਉੱਤਰ ਆਪਸ਼ਨ ਚੌਥਾ ਉਪਰੋਕਤ ਸਾਰੇ। ਵੈਰੀ ਨਾਗ ਤੇਰਾ ਪਹਿਲਾ ਝਲਕਾ, ਇੱਛਾਵਲ ਤੇ ਡੂੰਘੀਆਂ ਛਾਵਾਂ, ਟੁਕੜੀ ਜਗ ਤੋਂ ਨਿਆਰੀ, ਇਹ ਸਾਰੀਆਂ ਕਵਿਤਾਵਾਂ ਹੀ ਕਾਵਿ ਸੰਗ੍ਰਹਿ ਮਟਕ ਹੁਲਾਰੇ ਵਿੱਚ ਹਨ। ਇਸ ਲਈ ਇਸ ਪ੍ਰਸ਼ਨ ਦਾ ਉੱਤਰ ਹੋਵੇਗਾ ਉਪਰੋਕਤ ਸਾਰੇ। ਪ੍ਰਸ਼ਨ 19ਵਾਂ ਪੰਜਾਬੀ ਸਾਹਿਤ ਵਿੱਚ ਰੁਬਾਈ ਛੰਦ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਸੀ? ਆਪਸ਼ਨ ਤੀਸਰਾ ਭਾਈ ਵੀਰ ਸਿੰਘ ਜੀ ਨੇ। ਪੰਜਾਬੀ ਸਾਹਿਤ ਵਿੱਚ ਰੁਬਾਈ ਛੰਦ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਵਰਤਿਆ ਸੀ। ਪ੍ਰਸ਼ਨ 20ਵਾਂ ਕਈ ਵਿਦਵਾਨਾਂ ਨੇ ਅੱਗੇ ਜਾ ਕੇ ਰੁਬਾਈ ਨੂੰ ਕੀ ਨਾਮ ਦਿੱਤਾ ਸੀ? ਆਪਸ਼ਨ ਪਹਿਲਾ ਤੁਰਿਆਈ ਛੰਦ। ਕਈ ਵਿਦਵਾਨਾਂ ਨੇ ਅੱਗੇ ਜਾ ਕੇ ਰੁਬਾਈ ਨੂੰ ਤੁਰਿਆਈ ਛੰਦ ਦਾ ਨਾਮ ਦੇ ਦਿੱਤਾ। ਪ੍ਰਸ਼ਨ 21ਵਾਂ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਭਾਈ ਵੀਰ ਸਿੰਘ ਜੀ ਨੂੰ ਕਦੋਂ ਪ੍ਰਾਪਤ ਹੋਈ? ਆਪਸ਼ਨ ਦੂਸਰਾ 1949 ਈਸਵੀ ਵਿੱਚ। ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਭਾਈ ਵੀਰ ਸਿੰਘ ਜੀ ਨੂੰ 1949 ਈਸਵੀ ਵਿੱਚ ਪ੍ਰਾਪਤ ਹੋਈ। ਪ੍ਰਸ਼ਨ 22ਵਾਂ ਮਹਾਕਾਵਿ ਰਾਣਾ ਸੂਰਤ ਸਿੰਘ ਕਿਹੜੇ ਛੰਦ ਵਿੱਚ ਲਿਖਿਆ ਹੋਇਆ ਹੈ? ਆਪਸ਼ਨ ਚੌਥਾ ਸਿਰਖੰਡੀ ਛੰਦ ਵਿੱਚ। ਮਹਾਕਾਵਿ ਰਾਣਾ ਸੂਰਤ ਸਿੰਘ ਸਿਰਖੰਡੀ ਛੰਦ ਵਿੱਚ ਲਿਖਿਆ ਹੋਇਆ ਹੈ। ਪ੍ਰਸ਼ਨ 23ਵਾਂ ਭਾਈ ਵੀਰ ਸਿੰਘ ਨੂੰ ਚੂੜਮਣੀ ਕਵੀ ਕਿਸ ਨੇ ਕਿਹਾ ਹੈ? ਆਪਸ਼ਨ ਦੂਸਰਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ। ਭਾਈ ਵੀਰ ਸਿੰਘ ਜੀ ਨੂੰ ਚੂੜਮਣੀ ਕਵੀ ਕਿਸ ਨੇ ਕਿਹਾ ਹੈ? ਆਪਸ਼ਨ ਦੂਸਰਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ। ਭਾਈ ਵੀਰ ਸਿੰਘ ਜੀ ਨੂੰ ਚੂੜਮਣੀ ਕਿਹੜੇ ਕਾਵਿ ਸੰਗ੍ਰਹਿ ਦੀ ਭੂਮਿਕਾ ਵਿੱਚ ਕਿਹਾ ਗਿਆ ਸੀ? ਆਪਸ਼ਨ ਤੀਸਰਾ ਮਟਕ ਹੁਲਾਰੇ। ਭਾਈ ਵੀਰ ਸਿੰਘ ਜੀ ਨੂੰ ਚੂੜਮਣੀ ਮਟਕ ਹੁਲਾਰੇ ਕਾਵਿ ਸੰਗ੍ਰਹਿ ਦੀ ਭੂਮਿਕਾ ਵਿੱਚ ਕਿਹਾ ਗਿਆ ਸੀ। ਪ੍ਰਸ਼ਨ 25ਵਾਂ ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਅਵਾਰਡ ਕਦੋਂ ਪ੍ਰਾਪਤ ਹੋਇਆ? 1956 ਈਸਵੀ ਵਿੱਚ। ਆਪਸ਼ਨ ਤੀਸਰਾ ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਅਵਾਰਡ 1956 ਈਸਵੀ ਵਿੱਚ ਪ੍ਰਾਪਤ ਹੋਇਆ। ਪ੍ਰਸ਼ਨ 26ਵਾਂ ਭਾਈ ਵੀਰ ਸਿੰਘ ਜੀ ਨੂੰ ਕਿਹੜੇ ਕਾਵਿ ਸੰਗ੍ਰਹਿ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ? ਆਪਸ਼ਨ ਚੌਥਾ ਮੇਰੇ ਸਾਈਆਂ ਜੀਓ। ਭਾਈ ਵੀਰ ਸਿੰਘ ਜੀ ਨੂੰ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ। ਪ੍ਰਸ਼ਨ 27ਵਾਂ ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਲਈ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਚੌਥਾ 1955 ਈਸਵੀ ਵਿੱਚ। ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਲਈ ਸਾਹਿਤ ਅਕਾਦਮੀ ਅਵਾਰਡ 1955 ਈਸਵੀ ਵਿੱਚ ਮਿਲਿਆ ਭਾਈ ਵੀਰ ਸਿੰਘ ਜੀ ਨੂੰ। ਪ੍ਰਸ਼ਨ 28ਵਾਂ ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਅਵਾਰਡ ਕਦੋਂ ਮਿਲਿਆ? ਆਪਸ਼ਨ ਤੀਸਰਾ 1956 ਈਸਵੀ ਵਿੱਚ। ਭਾਈ ਵੀਰ ਸਿੰਘ ਜੀ ਨੂੰ ਪਦਮ ਭੂਸ਼ਣ ਅਵਾਰਡ 1956 ਈਸਵੀ ਵਿੱਚ ਮਿਲਿਆ। ਪ੍ਰਸ਼ਨ 29ਵਾਂ ਭਾਈ ਵੀਰ ਸਿੰਘ ਜੀ ਨੂੰ ਅਭਿਨੰਦਨ ਗ੍ਰੰਥ ਕਦੋਂ ਭੇਂਟ ਕੀਤਾ ਗਿਆ ਸੀ? ਆਪਸ਼ਨ ਪਹਿਲਾ 1954 ਈਸਵੀ ਵਿੱਚ। ਭਾਈ ਵੀਰ ਸਿੰਘ ਜੀ ਨੂੰ ਅਭਿਨੰਦਨ ਗ੍ਰੰਥ 1954 ਈਸਵੀ ਵਿੱਚ ਭੇਂਟ ਕੀਤਾ ਗਿਆ ਸੀ। ਪ੍ਰਸ਼ਨ 30ਵਾਂ ਕੰਤ ਸਹੇਲੀ ਕਾਵਿ ਸੰਗ੍ਰਹਿ ਕਦੋਂ ਲਿਖਿਆ ਗਿਆ ਸੀ? ਆਪਸ਼ਨ ਚੌਥਾ 1950 ਈਸਵੀ ਵਿੱਚ। ਕੰਤ ਸਹੇਲੀ ਕਾਵਿ ਸੰਗ੍ਰਹਿ 1950 ਈਸਵੀ ਵਿੱਚ ਲਿਖਿਆ ਗਿਆ ਸੀ। ਉਮੀਦ ਹੈ ਜੀ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਵੇਗਾ। ਜੇਕਰ ਪਸੰਦ ਆਇਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।